ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਕੁਝ ਦਿਨ ਪਹਿਲਾਂ ਅਸੀਂ ਖਬਰ ਬ੍ਰੇਕ ਕੀਤੀ ਸੀ, ਸਭ ਤੋਂ ਪਹਿਲਾਂ ਤੇ ਸਹੀ ਖਬਰ ਬ੍ਰੇਕ ਕੀਤੀ ਸੀ। ਹਾਲਾਂਕਿ ਉਸ ਦਾ ਐਲਾਨ ਹੋਣਾ ਬਾਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ, ਉਸ ਮੀਟਿੰਗ ਦੇ ਵਿੱਚ ਇਹ ਫਾਈਨਲ ਹੋਇਆ ਹੈ ਕਿ ਪੰਜਾਬ ਕਾਂਗਰਸ ਦੇ ਅਗਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਹੋਣਗੇ ਤੇ ਨਾਲ ਦੀ ਨਾਲ ਕੈਬਨਿਟ ਦੇ ਵਿਸਤਾਰ ਤੇ ਵੀ ਗੱਲਬਾਤ ਹੋਈ ਸੀ। ਅੱਜ ਸੂਤਰਾਂ ਦੇ ਹਵਾਲੇ ਤੋਂ ਵੱਡੀਆਂ ਖਬਰਾਂ ਆ ਰਹੀਆਂ ਨੇ ਕਿ ਕੁਝ ਮੰਤਰੀਆਂ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਰਹੀ ਹੈ ਤੇ ਕੁਝ ਨਵੇਂ ਚਿਹਰੇ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਜਿਵੇਂ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਕਿ ਮੋਦੀ ਸਰਕਾਰ ਨੇ ਵੀ ਆਪਣੀ ਕੈਬਨਿਟ ਦੇ ਵਿੱਚ ਵਿਸਤਾਰ ਕੀਤਾ ਹੈ। ਕਈ ਵੱਡੇ ਚਿਹਰੇ ਜਿਹੜੇ ਲੱਗਦੇ ਸੀ ਕਿ ਇਹਨਾਂ ਨੂੰ ਕਦੇ ਵੀ ਮੋਦੀ ਸਰਕਾਰ ਅੱਖੋਂ ਪਰੋਕੇ ਨਹੀਂ ਕਰ ਸਕਦੀ, ਉਹਨਾਂ ਨੂੰ ਵੀ ਆਪਣੇ ਅਹੁਦੇ ਤੋਂ ਹੱਥ ਧੋਣਾ ਪੈ ਗਿਆ। ਤਾਂ ਇਸੇ ਤਰੀਕੇ ਨਾਲ ਪੰਜਾਬ ਦੀ ਕੈਬਨਿਟ ਦੇ ਅੰਦਰ ਵੀ ਵਿਸਤਾਰ ਹੋਣ ਜਾ ਰਿਹਾ ਹੈ। ਉਹ ਚਿਹਰਿਆਂ ਤੇ ਗਾਜ ਡਿੱਗ ਸਕਦੀ ਹੈ ਜਾਂ ਗਾਜ ਡਿੱਗ ਚੁੱਕੀ ਹੈ ਜਿਨ੍ਹਾਂ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਕਿਹੜੇ ਕਿਹੜੇ ਮੰਤਰੀਆਂ ਤੇ ਡਿੱਗੀ ਹੈ ਗਾਜ, ਕਿਹਨਾਂ ਦੀ ਹੋਈ ਹੈ ਛੁੱਟੀ ਤੇ ਕਿਹੜੇ ਨਵੇਂ ਚਿਹਰੇ ਨੇ ਕੈਬਨਿਟ ਦੇ ਵਿੱਚ ਸ਼ਾਮਲ ਹੋਏ, ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਕਰਦੇ ਸਵਾਗਤ, ਬਾਅਦ ਕਰਦੇ ਹਾਂ ਵਿਚਾਰ ਚਰਚਾ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ? ਖਬਰਾਂ ਆ ਰਹੀਆਂ ਨੇ ਕਿ ਕੈਬਨਿਟ ਦੇ ਵਿੱਚ ਪੰਜਾਬ ਦੇ ਅੰਦਰ ਵੀ ਵਿਸਤਾਰ ਹੈ ਹੋਣ ਜਾ ਰਿਹਾ, ਤੇ ਕਿਹੜੇ ਕਿਹੜੇ ਮੰਤਰੀਆਂ ਦੀ ਹੋਈ ਹੈ ਛੁੱਟੀ ਤੇ ਕਿਹੜੇ ਨਵੇਂ ਜੁੜੇ ਨੇ ਚਿਹਰੇ? ਦੇਖੋ ਸਿੱਧੂ ਸਾਹਿਬ, ਇਹ ਵਿਚਾਰ ਚਰਚਾ ਜਿਹੜੀ ਬੜੇ ਦਿਨਾਂ ਤੋਂ ਚੱਲਦੀ ਪਈ ਆ ਕਿ ਪੰਜਾਬ ਕਾਂਗਰਸ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਬੜਾ ਵੱਡੇ ਪੱਧਰ ਤੇ ਜਿਹੜਾ ਪਰਿਵਰਤਨ ਜਿਹੜਾ ਹੋ ਸਕਦਾ, ਔਰ ਇਸ ਪਰਿਵਰਤਨ ਦੇ ਵਿੱਚ ਜ਼ਰੂਰੀ ਆ ਕਿ ਉਹੀ ਮੰਤਰੀ ਜਿਹੜੇ ਉਹ ਬਦਲੇ ਜਾਣਗੇ ਜਿਹੜੇ ਬੀਤੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਭੁਗਤੇ ਨੇ। ਔਰ ਉਹਨਾਂ ਦੀ ਜੇਕਰ ਗਿਣਤੀ ਵੇਖੀ ਜਾਵੇ ਤਾਂ ਮੰਤਰੀ ਤਾਂ 4-5 ਨੇ, ਪਰ ਉਹਦੇ ਨਾਲ ਹੀ ਨਾਲ ਜਿਹੜੇ ਵਿਧਾਇਕ ਨੇ ਟੋਟਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਭੁਗਤੇ ਸੀ ਉਹ 60 ਦੇ ਕਰੀਬ ਨੇ। ਸੋ ਇਸ ਵੇਲੇ ਜਿਹੜੀ ਸਥਿਤੀ ਆ ਬੜੀ ਪੰਜਾਬ ਦੀ ਜਿਹੜੀ ਕੈਬਨਿਟ ਆ ਉਹਦੇ ਵਿੱਚ ਇੱਕ ਅਸੀਂ ਕਹਿ ਸਕਦੇ ਕਿ ਸ਼ਸ਼ੋਪੰਜੀ ਜਿਹੜੀ ਸਥਿਤੀ ਆ, ਕਿਉਂਕਿ ਇਹ ਵੀ ਪਤਾ ਕਿ ਹੋਣਾ ਵੀ ਜ਼ਰੂਰੀ ਆ ਕਿ ਕੈਪਟਨ ਅਮਰਿੰਦਰ ਨੇ ਰੀਸ਼ਫਲਿੰਗ ਤਾਂ ਜ਼ਰੂਰ ਕਰਨੀ ਹੈ, ਔਰ ਦੂਜੇ ਪਾਸੇ ਇਹ ਵੀ ਹੈ ਕਿ ਜੇਕਰ ਉਹ ਰੀਸ਼ਫਲਿੰਗ ਕਰਦੇ ਆ ਤੇ ਉਸ ਦਾ ਵਿਰੋਧ ਜਿਹੜਾ ਕਿਸ ਪੱਧਰ ਤੇ ਹੋ ਸਕਦਾ। ਤੁਹਾਡੇ ਸਵਾਲ ਦਾ ਜਵਾਬ ਮੈਂ ਬਾਅਦ ਚ ਦੇਣਾ, ਕਿਉਂਕਿ ਜੋ ਕੁਝ ਇਸ ਵੇਲੇ ਵਾਪਰਦਾ ਪਿਆ ਉਹਦੇ ਸੰਦਰਭ ਚ ਗੱਲ ਜਿਹੜੀ ਕਰਨੀ ਜ਼ਰੂਰੀ ਆ। ਕਿਉਂਕਿ ਆਮ ਤੌਰ ਤੇ ਜਾਂ ਸਿੱਧੇ ਜਾਂ ਸਪਸ਼ਟ ਸ਼ਬਦਾਂ ਚ ਗੱਲ ਕਵਾਂ ਤਾਂ ਜਿਹੜੀ ਜ਼ਿਆਦਾ ਗਾਜ ਆ ਉਹ ਮਾਝੇ ਦੇ ਉੱਤੇ ਜ਼ਿਆਦਾ ਡਿੱਗਣੀ ਹੈ, ਮਾਝੇ ਏਰੀਆ ਦੇ ਵਿੱਚ। ਔਰ ਮਾਝੇ ਦੇ 2 ਮੰਤਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਤੈਅ ਹੈ, ਉਹਨਾਂ ਦੇ ਵਿਭਾਗ ਨਹੀਂ ਬਦਲਨੇ, ਮਤਲਬ ਛੁੱਟੀ ਤੈਅ, ਉਹਨਾਂ ਦੀ ਜਗ੍ਹਾ ਤੇ ਜਿਹੜੀ ਨਵੇਂ ਜਿਹੜੇ ਚਿਹਰੇ ਨੇ ਉਹ ਸ਼ਾਮਲ ਕੀਤੇ ਜਾ ਸਕਦੇ ਆ। ਤਾਂ ਜਦੋਂ ਅਸੀਂ ਇਸ ਸੰਦਰਭ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਸਾਹਮਣੇ ਗੱਲ ਹੁੰਦੀ ਹੈ ਕਿ ਉਹ ਕਿਹੜੇ ਮੰਤਰੀ। ਤਾਂ ਇਹਦੇ ਸੰਬੰਧੀ ਜੇਕਰ ਅਸੀਂ ਮਾਝੇ ਦੇ ਏਰੀਆ ਨਾਲ ਸੰਬੰਧਿਤ ਮੈਂ ਗੱਲ ਕਰਾਂ ਤਾਂ ਮਾਝੇ ਦੇ ਵਿੱਚ 3 ਮੰਤਰੀ ਜਿਹੜੇ ਬੜੇ ਮਹੱਤਵਪੂਰਨ ਨੇ, ਜਿਹੜੇ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਸੰਬੰਧਿਤ ਰਹੇ ਨੇ। ਇਹਨਾਂ ਦੇ ਵਿੱਚ ਨੰਬਰ 2 ਦੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜਿਹੜੇ ਕਿਸੇ ਕੈਬਨਿਟ ਦੇ ਮੈਂਬਰ ਸਨ ਤਰਜਿੰਦਰ ਸਿੰਘ ਬਾਜਵਾ ਨੰਬਰ 1, ਨੰਬਰ 2 ਸੁਖਜਿੰਦਰ ਸਿੰਘ ਰੰਧਾਵਾ, ਨੰਬਰ 3 ਸੁਖਬੀਰ ਸਿੰਘ ਸੁੱਖ ਸਰਕਾਰੀਆ। ਹੁਣ ਇਹ 3 ਵਿਅਕਤੀ ਜਿਹੜੇ ਨੇ, ਇਹ ਤਿੰਨੇ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਪੂਰਨ ਤੌਰ ਤੇ ਨਜ਼ਦੀਕੀ ਸਾਥੀ ਮੰਨੇ ਜਾਂਦੇ ਰਹੇ ਹਨ। ਜਦੋਂ ਬਾਜਵਾ ਰਾਜਿੰਦਰ ਬਾਜਵਾ ਸੀ, ਦੂਜੇ ਬੰਨੇ ਸੁੱਖ ਸਰਕਾਰੀਆ ਨੂੰ ਇਹ ਵੀ ਸਮਝਿਆ ਜਾਂਦਾ ਸੀ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਅਗਲੇ ਜਾਨਸ਼ੀਨ ਨੇ, ਮਤਲਬ ਸਾਥੀ ਨਹੀਂ ਜਾਨਸ਼ੀਨ ਨੇ, ਮਤਲਬ ਬਾਜਵਾ ਤੋਂ ਵੀ ਵੱਧ ਜਿਹੜਾ ਸੀ। ਪਰ ਜਦੋਂ ਸਥਿਤੀਆਂ ਵਾਪਰੀਆਂ ਜਾਂ ਸਥਿਤੀਆਂ ਘਟਨਾਵਾਂ ਜਿਹੜੀਆਂ ਬੜੀ ਤੇਜ਼ੀ ਨਾਲ ਘਟੀਆਂ, ਤਾਂ ਉਹ ਜਦੋਂ ਘਟਨਾਵਾਂ ਘਟੀਆਂ ਤਾਂ ਇਹ ਆਖਿਆ ਜਾਂਦਾ, ਕਿਉਂਕਿ ਇਹ ਗੱਲ ਸਾਡੇ ਕੋਲ ਕੋਈ ਪਰਸੋਆ ਤਾਂ ਚਲੋ ਹਨ ਪੁਖਤਾ ਪ੍ਰੂਫ ਤੇ ਚਲੋ ਜੋ ਕਿਸੇ ਮੀਟਿੰਗ ਦੇ ਵਿੱਚ ਹਾਈਕਮਾਨ ਦੀ ਗੱਲ ਹੋਈ ਉਹ ਤਾਂ ਪਤਾ ਹੀ ਹੈ, ਪਰ ਇਹ ਕਿਹਾ ਜਾਂਦਾ ਕਿ ਇਹ ਮੰਤਰੀ ਜਿਹੜੇ ਸਨ ਇਹ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਜਿਹੜਾ ਆਉਂਦਾ, ਚਰਨਜੀਤ ਸਿੰਘ ਚੰਨੀ ਵੀ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ। ਤਾਂ ਕੁਦਰਤੀ ਤੌਰ ਤੇ ਔਰ ਇੱਕ ਮੰਤਰੀ ਜਿਹੜਾ ਮਾਲਵੇ ਖੇਤਰ ਨਾਲ ਸੰਬੰਧਿਤ ਆ ਉਹਦੇ ਵੱਲੋਂ ਵੀ ਇਹ ਗੱਲ ਆ ਰਹੀ ਹੈ ਕਿ ਉਹ ਬੰਦੇ ਨੂੰ ਜਿਹੜਾ ਬਦਲਿਆ ਜਾਣਾ ਹੈ। ਹੁਣ ਜੇਕਰ ਇਹਨਾਂ 3 ਮੰਤਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਮ ਆ ਰਿਹਾ।
ਸੂਤਰਾਂ ਦੇ ਅਨੁਸਾਰ ਤਾਂ ਗੁਰਪ੍ਰੀਤ ਕਾਂਗੜ ਦਾ ਹੀ ਨਾਮ ਜਿਹੜਾ ਉਹ ਸਾਹਮਣੇ ਆ ਰਿਹਾ। ਪਰ ਇਹਦੇ ਸੰਬੰਧੀ ਜਿਹੜੀ ਕਿਉਂਕਿ ਮਾਲਵਾ ਜਿਹੜਾ ਏਰੀਆ ਉਹਦੇ ਵਿੱਚ ਜੀ ਇੰਨੀ ਵਿਰੋਧ ਦੀ ਅੱਗ ਜਿਹੜੀ ਨਾ ਇੰਨੀ ਉੱਭਰੀ ਨਹੀਂ। ਬਿਲਕੁਲ ਇੱਕ ਬਿਲਕੁਲ ਮੰਤਰੀ ਦਾ ਹੋਰ ਦਾ ਵੀ ਨਾਮ ਹੁੰਦਾ, ਪਰ ਜਿੰਨਾ ਇਸ ਪਾਸੇ ਮਾਝੇ ਦੇ ਏਰੀਏ ਦੇ ਵਿੱਚ ਗੱਲ ਹੋਈ ਤਾਂ ਸਿੱਧੂ ਜੀ ਸਾਹਿਬ ਜਿਹੜੀ ਹੁਣ ਨਵੀਂ ਸਫਬੰਦੀ ਹੋਈ ਆ, ਇਹ ਸਫਬੰਦੀ ਨੇ ਨਾ ਬੜਾ ਕੁਝ ਇਹੋ ਜਿਹਾ ਸਥਿਤੀਆਂ ਨੂੰ ਪੈਦਾ ਕੀਤਾ, ਜਿਹਦੇ ਕਾਰਨ ਹਰ ਮੰਤਰੀ ਜਿਹਦੇ ਵੱਲੋਂ ਅਸੀਂ ਕਹਿ ਰਹੇ ਹਾਂ ਤਿੰਨਾਂ ਮੰਤਰੀ ਚ ਜ਼ਰੂਰੀ ਥੋੜਾ ਕਿ ਜਿਹੜੀ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਇਹਦੇ ਅਨੁਸਾਰ ਹੀ ਹੋਣਾ, ਪਤਾ ਨਹੀਂ ਉਹਨਾਂ ਦੇ ਅੰਦਰ ਕੀ ਹੈ ਜਾਂ ਕੀ ਨਹੀਂ। ਤਾਂ ਜਿਸ ਬਿਲਕੁਲ ਤਰੀਕੇ ਦੇ ਨਾਲ ਤਿੰਨ ਮੰਤਰੀਆਂ ਦੇ ਨਾਮ ਨੇ ਕਿ ਤਿੰਨਾਂ ਮੰਤਰੀਆਂ ਦੇ ਵਿੱਚ ਹੁਣ ਇਹ ਵੀ ਕੈਪਟਨ ਅਮਰਿੰਦਰ ਸਿੰਘ ਇਹ ਚੀਜ਼ ਕਰਨ ਤੋਂ ਪੂਰਨ ਤੌਰ ਤੇ ਸਮਰੱਥ ਤਾਂ ਹੈ ਨਹੀਂ ਕਿ ਤਿੰਨ ਦੇ ਤਿੰਨ ਹੀ ਬਦਲ ਦੇਣਗੇ। ਜੇਕਰ ਤਿੰਨ ਦੇ ਤਿੰਨ ਉਹ ਮੰਤਰੀ ਬਦਲਦੇ ਨੇ ਤਾਂ ਫਿਰ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਇਹਦੇ ਵਿੱਚ ਬੜਾ ਜ਼ਬਰਦਸਤ ਭੁਚਾਲ ਆਵੇਗਾ, ਕਿਉਂਕਿ ਜਿਹੜੇ ਮੰਤਰੀਆਂ ਦਾ ਅਸੀਂ ਨਾਂ ਲੈ ਰਹੇ ਹਾਂ, ਇਹਨਾਂ ਮੰਤਰੀਆਂ ਦਾ ਬਿਲਕੁਲ ਆਪਣੇ ਖੇਤਰ ਦੇ ਵਿੱਚ ਇੱਕ ਪੂਰਨ ਜੀ ਅਧਿਕਾਰ ਹੈ, ਉਹਨਾਂ ਦੀ ਸ਼ਕਤੀ ਜਿਹੜੀ ਹੈਗੀ ਆ। ਤਾਂ ਕੈਪਟਨ ਬਿਲਕੁਲ ਅਮਰਿੰਦਰ ਸਿੰਘ ਇਹੋ ਜਿਹੀ ਸਥਿਤੀ ਕਦੇ ਵੀ ਨਹੀਂ ਉਹ ਲੈਣਗੇ ਕਿ ਤਿੰਨਾਂ ਨੂੰ ਮੈਂ ਬਿਲਕੁਲ ਬਦਲ ਦੇਵਾਂ। ਹਾਂ, ਇਹ ਹੋ ਸਕਦਾ ਕਿ ਇਹਨਾਂ ਦੇ ਅਹੁਦੇ ਜਿਹੜੇ ਨੇ ਨਹੀਂ ਉਹ ਜੇਕਰ ਜਿਹੜੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੁਖਤੇ ਆ, ਜੇਕਰ ਉਹਨਾਂ ਦੀ ਛੁੱਟੀ ਹੁੰਦੀ ਹੈ, ਕਿ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਨਾਲ ਹੋਰ ਵੀ ਜ਼ਿਆਦਾ ਬਗਾਵਤ ਉੱਠ ਸਕਦੀ ਹੈ ਜੀ ਪਾਰਟੀ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ? ਇਸ ਤੋਂ ਵੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦਾ ਖੇਮਾ ਡਰਦਾ ਹੈਗਾ ਕਿ ਜੇਕਰ ਕੁਝ ਮੰਤਰੀ ਦੀ ਛੁੱਟੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਬਗਾਵਤ ਕੀਤੀ ਹੈ, ਤਾਂ ਬਗਾਵਤ ਵੱਡੇ ਪੱਧਰ ਤੇ ਵੀ ਉੱਠ ਸਕਦੀ ਹੈ। ਇਹੋ ਗੱਲ ਮੈਂ ਤੁਹਾਨੂੰ ਲੱਗਾ ਦੱਸਣ ਕਿ ਜਦੋਂ ਆਪਾਂ ਸਵੇਰ ਦਾ ਆਪਣਾ ਦੁਪਹਿਰ ਵਾਲਾ ਲੋਕਾਂ ਸੱਚ ਪ੍ਰੋਗਰਾਮ ਜਦੋਂ ਕੀਤਾ ਸੀ, ਤਾਂ ਉਸ ਤੋਂ ਕੁਝ ਸਮੇਂ ਬਾਅਦ ਕੁਝ ਜਿਹੜੇ ਸੱਜਣਾ ਮਿੱਤਰਾਂ ਦੇ ਕੁਝ ਫੋਨ ਜਿਹੜੇ ਉਹ ਸਾਨੂੰ ਆਏ, ਤਾਂ ਸੱਜਣਾ ਮਿੱਤਰਾਂ ਨੇ ਬਿਲਕੁਲ ਤੁਹਾਡੇ ਵਾਲੀ ਇਹ ਗੱਲ ਕੀਤੀ ਕਿ ਤੁਸੀਂ ਦੇਖਣਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਇੰਨਾ ਸੌਖਾ ਨਹੀਂ ਆ ਕਿ ਇਹਨਾਂ ਤੇ ਜਿਹੜੇ ਮੰਤਰੀ ਨੇ ਇਹਨਾਂ ਦੀ ਇੰਨੀ ਰੀਸ਼ਫਲਿੰਗ ਕਰਤੇ। ਹਾਂ, ਇਹ ਹੋ ਸਕਦਾ ਕਿ ਇਹਨਾਂ ਦੇ ਮਹਿਕਮੇ ਜਿਹੜੇ ਉਹ ਬਦਲ ਦਿੱਤੇ ਜਾਣ, ਇਹਨਾਂ ਦੇ ਮਹਿਕਮੇ ਘੱਟ ਜਿਹੜੀ ਅਹਿਮੀਅਤ ਵਾਲੇ ਦਿੱਤੇ ਜਾਣ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਪਤਾ ਕਿ ਜੇਕਰ ਇਹ ਜਿਹੜੇ 60 ਬੰਦੇ ਮੇਰੇ ਖਿਲਾਫ ਭੁਗਤੇ ਨੇ, ਜੇਕਰ ਮੰਤਰੀ ਹੋਣ ਦੇ ਬਾਵਜੂਦ ਔਰ ਮੇਰੀ ਸ਼ਕਲ ਸ਼ਾਇਦ ਹੇਠ ਹੀ ਤਾਂ ਉੱਭਰੇ ਨੇ, ਤੇ ਜੇ ਮੇਰੇ ਖਿਲਾਫ ਭੁਗਤੇ ਨੇ ਤਾਂ ਬਗਾਵਤ ਦੀ ਅੱਗ ਜਿਹੜੀ ਆ ਹੋਰ ਵੀ ਲੱਗ ਸਕਦੀ ਹੈ। ਮਹੀਨੇ ਜਿਹੜੇ ਨੇ ਕੇਵਲ ਔਰ ਕੇਵਲ ਸਿੱਧੂ ਸਾਹਿਬ 4 ਰਹਿ ਗਏ ਨੇ। ਸੋ ਬੇਸ਼ੱਕ ਅਖਬਾਰੀ ਜਾਂ ਨਿਊਜ਼ ਚੈਨਲ ਦੇ ਮੀਡੀਆ ਦੇ ਅਨੁਸਾਰ ਇਹ ਜਿਹੜੀਆਂ ਖਬਰਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਫੇਰ ਬਦਲ ਕਰ ਸਕਦੇ ਨੇ, ਬਿਲਕੁਲ ਫੇਰ ਬਦਲ ਹੋ ਸਕਦਾ। ਜਿਸ ਤਰੀਕੇ ਨਾਲ ਡਿਪਟੀ ਸੀਐਮ ਹਿੰਦੂ ਗੱਲ ਕਰ ਰਹੇ ਦਲਿਤ ਵਰਗ ਦੀ, ਉਹ ਦੁਆਬੇ ਖੇਤਰ ਦੇ ਵਿੱਚੋਂ ਲਾਇਆ ਜਾ ਸਕਦਾ। ਪਰ ਇੰਨੀ ਵੱਡੇ ਪੱਧਰ ਤੇ ਕਿ 3 ਮੰਤਰੀ ਬਦਲ ਦਿੱਤੇ ਜਾਣ, ਇਹ ਜਿਹੜੀਆਂ ਗੱਲਾਂ ਨੇ ਅਖਬਾਰੀ ਗੱਲਾਂ ਵਾਸਤੇ ਤੇ ਜਾਂ ਨਿਊਜ਼ ਚੈਨਲਾਂ ਦੀ ਬਹਿਸ ਵਾਸਤੇ ਤਾਂ ਇਹ ਚਰਚਾ ਜਿਹੜੀ ਹੋ ਸਕਦੀ ਆ, ਕਿਉਂਕਿ ਇਹ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਇਹ ਬੜਾ ਵੱਡਾ ਅਹਿਮੀਅਤ ਰੱਖਦਾ ਕਿ ਵੱਡੇ ਪੱਧਰ ਤੇ ਫਿਰ ਬਗਾਵਤ ਹੋਈ। ਕਿਉਂਕਿ ਜੇਕਰ ਨਵਜੋਤ ਸਿੱਧੂ ਨੇ ਇਹ ਮੁੱਦਾ ਚੁੱਕਿਆ, ਨਵਜੋਤ ਸਿੱਧੂ ਦੇ ਨਾਲ ਚੱਲਣ ਦੇ ਬਾਅਦ ਇਹ ਕਾਫਲਾ ਜਿਹੜਾ ਹੈ ਜਿਹੜੇ ਮਗਰ ਬੰਦੇ ਚੱਲੇ, ਇੱਕ ਕਾਰਵਾਂ ਬਣ ਗਿਆ। ਤਾਂ ਕਾਰਵਾਂ ਬਣਿਆ ਹੈ, ਇਹੋ ਜਿਹੇ ਕਾਰਵੇ ਨੂੰ ਹਾਈਕਮਾਨ ਵਾਸਤੇ ਮਤਲਬ ਐਡਾ ਸੌਖਾ ਨਹੀਂ ਕਿ ਹਾਈਕਮਾਨ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਤੁਰੰਤ ਅਰਜਿੰਦਰ ਸਿੰਘ ਬਾਜਵੇ ਦੀ ਵੀ ਛੁੱਟੀ ਕਰਦੇ, ਉਹਦੀ ਵੀ ਛੁੱਟੀ ਕਰਦੇ, ਸੁੱਖ ਸਰਕਾਰੀ ਦੀ ਵੀ ਛੁੱਟੀ ਕਰਦੇ, ਤਾਂ ਫਿਰ ਜਵਾਬ ਦੇਣਾ ਫਿਰ ਹੋਰ ਵੀ ਔਖਾ ਹੋ ਜਾਂਦਾ। ਕਿਉਂਕਿ 2 ਨਾਮ ਜਿਹੜੇ ਨੇ, ਜਿਸ ਤਰੀਕੇ ਨਾਲ ਫਤਿਹ ਜੰਗ ਸਿੰਘ ਬਾਜਵੇ ਦੀ ਗੱਲ ਆ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲ ਜੇ ਜਾਂ ਡਾਕਟਰ ਰਾਜਕੁਮਾਰ ਵੇਰਕੇ ਨੂੰ ਮਿਲ ਸਕਦੀ ਹੈ। ਸਿੱਧੂ ਸਾਹਿਬ ਦੇਖੋ 2 ਗੱਲਾਂ ਨੇ, ਡਾਕਟਰ ਰਾਜਕੁਮਾਰ ਵੇਰਕਾ ਠੀਕ ਆ, ਕਾਂਗਰਸ ਦੇ ਉਹ ਇੱਕ ਵਿਧਾਇਕ ਨੇ, ਪਰ ਜਿਹੜੀ ਜਦੋਂ ਅਸੀਂ ਜਾਤੀ ਬੇਸ ਦੀ ਗੱਲ ਕਰਾਂਗੇ, ਚੋਣਾਂ ਦਾ ਜਿਹੜਾ ਮਾਹੌਲ ਆ ਬੜੇ ਮੁੱਦਿਆਂ ਤੇ ਲੜਿਆ ਜਾਂਦਾ, ਕਿਤੇ ਜਾਤ ਦੇ, ਕਿਤੇ ਧਰਮ ਦੇ, ਕਿਤੇ ਕੌਮ ਦੇ। ਤਾਂ ਜਿਹੜਾ ਇਹ ਬੇਸਿਕਲੀ ਮਾਝਾ ਏਰੀਆ, ਇੱਥੇ ਮਤਲਬ ਜੱਟਾਂ ਦੀ ਜਿਹੜੀ ਪਕੜ ਹੈ ਉਹ ਜ਼ਿਆਦਾ ਹੈ। ਉਹਨੂੰ ਗੱਲ ਨੂੰ ਅਸੀਂ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਜੇਕਰ ਹਿੰਦੂ ਵੋਟ ਸੇਖੜੀ ਖੇਡਦਾ, ਹਿੰਦੂ ਕਾਰਡ ਛੋਟੇ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸੇਖੜੀ ਨੂੰ ਨਾਲ ਲਾ ਲਿਆ, ਤਾਂ ਜਿਹੜੀ ਪੋਲਰਾਈਜੇਸ਼ਨ ਹੈ ਵੋਟਾਂ ਦੀ ਉਹ ਕਿਉਂ ਨਹੀਂ ਹੋਏਗੀ। ਸੋ ਇਸ ਕਰਕੇ ਜੇਕਰ ਡਾਕਟਰ ਰਾਜਕੁਮਾਰ ਵੇਰਕਾ ਨੂੰ ਇਹ ਮੰਤਰੀ ਦੀ ਜਗ੍ਹਾ ਦੇ ਉੱਤੇ ਬਿਠਾਇਆ ਜਾਂਦਾ। ਇੱਕ ਬੜਾ ਅਹਿਮ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਵੀ ਨਵਾਂ ਲਾਇਆ ਜਾਣਾ, ਚਾਹੇ ਉਹ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਜਾਵੇ, ਕਿਉਂਕਿ ਫਾਈਨਲ ਨਾਮ ਤਾਂ ਇਹੀ ਹੈ, ਕਿ ਪਹਿਲਾਂ ਪ੍ਰਧਾਨ ਐਲਾਨਣ ਤੋਂ ਬਾਅਦ ਪ੍ਰਧਾਨ ਦੀ ਵੀ ਸਹਿਮਤੀ ਲਈ ਜਾਏਗੀ ਜੇਕਰ ਜਿਹੜੀ ਕੈਬਨਿਟ ਦੇ ਵਿੱਚ ਵਿਸਤਾਰ ਹੋਣਾ ਹੈ, ਜਾਂ ਫਿਰ ਪ੍ਰਧਾਨ ਦਾ ਜਿਵੇਂ ਹੀ ਨਾਮ ਐਲਾਨਿਆ ਜਾਏਗਾ ਨਾਲ ਦੀ ਨਾਲ ਹੀ ਜਿਹੜੇ ਕੈਬਨਿਟ ਦਾ ਵਿਸਤਾਰ ਹੋ ਜਾਏਗਾ। ਸਿੱਧੂ ਸਾਹਿਬ ਇੰਨੀ ਜਲਦੀ ਕੁਝ ਵੀ ਨਹੀਂ ਹੋਣਾ ਜਿੰਨੀ ਜਲਦੀ ਇਹ ਮਤਲਬ ਕੁਝ ਖਬਰਾਂ ਜੀ ਚੱਲ ਰਹੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਉੱਪਰ ਦੇ ਪੱਧਰ ਦੀ ਲੜਾਈ ਆ, ਪਹਿਲਾਂ ਉਸ ਨੂੰ ਚੈੱਕ ਕੀਤਾ ਜਾਏਗਾ। ਪ੍ਰਧਾਨ ਦਾ ਨਾਮ ਜਿਹੜਾ ਆਏਗਾ ਸਾਹਮਣੇ, ਪ੍ਰਧਾਨ ਦੇ ਨਾਮ ਆਉਣ ਤੋਂ ਬਾਅਦ ਫਿਰ ਇਹ ਵੇਖਿਆ ਜਾਏਗਾ ਇਸ ਦਾ ਪ੍ਰਤੀਕਰਮ ਕੀ ਹੈ ਕਾਂਗਰਸੀ ਸਭਾ 'ਚ ਤੇ ਲੋਕਾਂ ਦੀ ਸਭਾ 'ਚ। ਫਿਰ ਉਸ ਤੋਂ ਮਗਰੋਂ ਜਿਹੜੀ ਆ ਰੀਸ਼ਫਲਿੰਗ, ਜਿਹੜੀ ਫੇਰ ਬਦਲ ਦੀ ਜਿਹੜੀ ਗੱਲ ਉਹ ਫੇਰ ਹੋਵੇਗੀ, ਕਿਉਂਕਿ ਇੱਕਦਮ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਆਪ 'ਚ ਬੜੇ ਸ਼ਾਤਰ ਰਾਜਨੀਤੀ ਦੇ ਖਿਡਾਰੀ ਜਿਹੜੇ ਉਹ ਮੰਨੇ ਜਾਂਦੇ ਆ। ਉਹ ਕਿਸੇ ਸੂਰਤ ਦੇ ਵਿੱਚ ਵੀ ਇੰਨੇ ਨਹੀਂ ਹੋਣਗੇ ਕਿ ਸਾਰੇ ਫਰੰਟ ਇੱਕੋ ਵਾਰੀ ਖੋਲ ਦੋ, ਉਹਨੂੰ ਵੀ ਬਦਲਦਾ, ਉਹਨੂੰ ਵੀ ਬਦਲਦਾ। ਤਾਂ
ਇੱਕ ਸਿੱਧੂ ਸਾਹਿਬ ਗੱਲ ਇਹ ਵੀ ਇੱਕ ਨਾਲ ਬੜੀ ਮਹੱਤਵਪੂਰਨ ਗੱਲ ਆ ਕਿ ਜੰਗ ਦੇ ਮੈਦਾਨ 'ਚ ਜਦੋਂ ਬੰਦਾ ਉਤਰਦਾ ਨਾ, ਫਿਰ ਵਾਰ-ਵਾਰ ਘੋੜੇ ਨਹੀਂ ਬਦਲੇ ਜਾਂਦੇ। ਘੋੜੇ ਤਾਂ ਫਿਰ ਜੇਕਰ ਆਹ ਘੋੜਾ ਨਹੀਂ ਚੰਗਾ, ਉਹ ਦੂਜਾ ਘੋੜਾ, ਉਹ ਘੋੜੇ ਜੇਕਰ ਅਸੀਂ ਘੋੜੇ ਬਦਲਾਂਗੇ ਤਾਂ ਫਿਰ ਰਾਜਨੀਤਿਕ ਜੰਗ ਨਹੀਂ ਲੜੀ ਜਾਂਦੀ। ਜੇਕਰ ਆਹ 3 ਘੋੜੇ ਬਦਲੇ ਜਾਂਦੇ ਆ, ਨਵੇਂ ਘੋੜੇ ਆ ਜਾਂਦੇ ਆ, ਤੇ ਇਹਨਾਂ ਦੀ ਵੀ ਤਾਂ ਆਪੋ ਆਪਣੇ ਇਲਾਕੇ 'ਚ ਇੱਕ ਸਥਿਤੀ ਹੈ ਨਾ, ਇੱਕ ਮਤਲਬ ਇਹਨਾਂ ਦਾ ਅਸਤਿਤਵ ਹੈ, ਇਹਨਾਂ ਦਾ ਇੱਕ ਸਵੈ ਹੈ, ਜਿਹਦੇ ਆਧਾਰ ਤੇ ਜਿਹੜੀ ਉਹ ਗੱਲ ਲੜਦੇ ਆ। ਸੋ ਬਿਲਕੁਲ ਠੀਕ ਹੈ, ਖਬਰਾਂ ਕਨਸੋਆਂ ਹਨ। ਅਸੀਂ ਪ੍ਰੋਗਰਾਮ ਕਰਦੇ ਪਏ ਕਿ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਆ ਕਿ ਸਾਡੇ ਕੋਲ ਜੋ ਸੂਤਰਾਂ ਤੋਂ ਅਨੁਸਾਰ ਖਬਰ ਪਹੁੰਚੀ ਹੈ ਕਿ 3 ਮੰਤਰੀ ਬਦਲੇ ਜਾ ਸਕਦੇ ਆ, ਪਰ ਜਦੋਂ ਅਸੀਂ ਯਥਾਰਥ ਦੇ ਆਧਾਰ ਤੇ, ਰਿਐਲਿਟੀ ਦੇ ਆਧਾਰ ਤੇ ਇਹਨਾਂ ਤੱਥਾਂ ਦੀ ਜਾਣਕਾਰੀ ਕਰਦੇ ਆ ਤਾਂ ਏਡਾ ਸੌਖਾ ਨਹੀਂ ਆ। ਹਾਂ, ਇਹ ਜ਼ਰੂਰ ਆ ਇਹਨਾਂ ਦੇ ਮਹਿਕਮੇ ਬਦਲੇ ਜਾ ਸਕਦੇ ਆ। ਇਸ ਤਰ੍ਹਾਂ ਹੋ ਸਕਦਾ ਕਿ ਘੱਟ ਅਹਿਮੀਅਤ ਵਾਲਾ ਮਹਿਕਮਾ ਦੇ ਦਿੱਤਾ ਜਾਵੇ। ਬਾਕੀ ਜੇਕਰ ਇੰਨੀ ਛੁੱਟੀ ਕਰ ਦੇਣੀ, ਇਹ ਏਡਾ ਸੌਖਾ ਨਹੀਂ ਹੈ। ਬਾਕੀ ਜਿਹੜੀ ਸਥਿਤੀ ਆ ਆਉਣ ਵਾਲੇ ਦਿਨਾਂ 'ਚ ਉਹ ਸਾਫ਼ ਜਿਹੜੀ ਆ ਹੋ ਸਕਦੀ ਹੈ। ਮੈਂ ਜਿਹੜੀ ਹੁਣ ਜਿਸ ਤਰ੍ਹਾਂ ਦੁਆਬੇ ਦੀ ਗੱਲ ਹੈ, ਦੁਆਬੇ 'ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦੇਣੀ ਹੈ, ਦਲਿਤ ਚਿਹਰੇ ਨੂੰ ਦੇਣੀ ਹੈ, ਦਲਿਤ ਸੀਐਮ ਨੂੰ ਦੇਣੀ ਹੈ, ਡਿਪਟੀ ਸੀਐਮ ਨੂੰ। ਤਾਂ ਉਹਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਨਾਮ ਆਉਂਦਾ ਸੀ ਕਿ ਚੌਧਰੀ ਸੰਤੋਖ ਸਿੰਘ ਹੁਣੀ 2 ਵਾਰੀ ਜਿੱਤੇ, ਇਸ ਵੇਲੇ ਲੋਕ ਸਭਾ ਮੈਂਬਰ ਨੇ, ਤਾਂ ਪਰ ਉਹ ਨਹੀਂ ਆ ਸਕਦੇ। ਹੁਣ ਦੁਆਬੇ ਖੇਤਰ ਦੇ ਵਿੱਚ ਇੱਕ ਬੰਦੇ ਦਾ ਨਾਮ ਜਿਹੜਾ ਕਰਤਾਰਪੁਰ ਖੇਤਰ ਜਾਂ ਉਸ ਖੇਤਰ ਦੇ ਵਿੱਚ ਦੁਆਬੇ 'ਚ ਜਿਹੜੀ ਐਸਸੀ ਵੋਟ ਆ ਉਹ ਬਥੇਰੀ ਹੈ, ਤਾਂ ਉਹਦੇ ਪ੍ਰਭਾਵ ਦਾ ਕਾਊਂਟਰ ਕਰਨ ਵਾਸਤੇ, ਬਸਪਾ ਦਾ ਕਾਊਂਟਰ ਕਰਨ ਵਾਸਤੇ ਜ਼ਰੂਰੀ ਉੱਥੇ ਤਬਦੀਲੀ ਹੋਵੇਗੀ। ਬਾਕੀ ਵੇਖੋ, ਅੱਜ ਇਸ ਤਰੀਕੇ ਨਾਲ ਕਿਹਾ ਜਾਂਦਾ ਜੀ ਇੱਕ ਹਿੰਦੂ ਪ੍ਰਧਾਨ, ਹਿੰਦੂ ਡਿਪਟੀ ਸੀਐਮ ਲਾਇਆ ਜਾ ਸਕਦਾ। ਇਹ ਰਾਜਨੀਤੀ ਦੇ ਖੇਤਰ 'ਚ ਬਹੁਤ ਕੁਝ ਇਹੋ ਜਿਹੇ ਸਬਜ਼ ਬਾਗ ਵਿਖਾਏ ਜਾਂਦੇ ਨੇ ਲੋਕਾਂ ਨੂੰ, ਤਾਂ ਜੋ ਲੋਕਾਂ ਨੂੰ ਆਪਣੇ ਨਾਮ ਨਾਲ ਜੋੜਿਆ ਜਾਵੇ। ਦੇਖੋ, ਜੇਕਰ ਇੱਕ ਨਗੂਣੀ ਜੀ ਗੱਲ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਫਤਿਹ ਜੰਗ ਸਿੰਘ ਬਾਜਵਾ ਦੇ ਬੇਟੇ ਨੂੰ ਨੌਕਰੀ ਦਿੱਤੀ, ਦੂਜੇ ਪਾਸੇ ਜੋਗਿੰਦਰ ਪਾਤਰ, ਤਾਂ ਇੱਕ ਪੰਜਾਬ 'ਚ ਵਿਰੋਧ ਦੀ ਅੱਗ ਉੱਠੀ, ਸਾਰੇ ਬੰਨੇ ਲਾਲਾ ਹੋਈ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹੀ ਸਥਿਤੀ ਦੇ ਵਿੱਚ ਜਾ ਕੇ ਫਿਰ ਦੁਬਾਰਾ ਇਹੋ ਜਿਹਾ ਕੰਮ ਥੋੜਾ ਕਰਨੇ? ਹਾਂ, ਇਹ ਹੋ ਸਕਦਾ ਕਿ ਅਣਖੀ ਸਾਹਿਬ ਇਹ ਗੱਲ ਹੈ ਕਿ ਜਿਵੇਂ ਆਧਾਰ ਬਣਾਇਆ ਜਾ ਰਿਹਾ ਕਿ ਕਈਆਂ ਦੀ ਪਰਫਾਰਮੈਂਸ ਵਧੀਆ ਨਹੀਂ ਰਹੀ, ਪਰਫਾਰਮੈਂਸ ਤਾਂ ਫਿਰ ਮੁੱਖ ਮੰਤਰੀ ਦੀ ਵੀ ਦੇਖੀ ਜਾਵੇ ਤਾਂ ਫਿਰ ਮੁੱਖ ਮੰਤਰੀ ਵੀ ਤਾਂ ਬਦਲਿਆ ਜਾ ਸਕਦਾ ਨਾ। ਤੇ ਜੇਕਰ ਪਰਫਾਰਮੈਂਸ ਦੀ ਉਹ ਗੱਲ ਦੇ ਕੇ, ਹਵਾਲਾ ਦੇ ਕੇ ਜੇਕਰ ਉਹ ਬਦਲਦੇ ਨੇ, ਤਾਂ ਕੀ ਲੱਗਦਾ ਕਿ ਸਿਰਫ ਪਰਫਾਰਮੈਂਸ ਦੇ ਆਧਾਰ ਤੇ ਹੀ ਬਦਲਿਆ ਜਾ ਰਿਹਾ, ਜਾਂ ਫਿਰ ਜਿਹੜੇ ਕੁਝ ਵਿਧਾਇਕ ਗੁੱਸੇ ਨੇ ਕਿ ਸਾਨੂੰ ਕੁਝ ਮਿਲਿਆ ਨਹੀਂ, ਸਾਡੀ ਚੱਲੀ ਨਹੀਂ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਦੂਜਿਆਂ ਨੂੰ ਪਿੱਛੇ ਸੁੱਟ ਕੇ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ? ਕਿਉਂਕਿ ਜੇਕਰ ਪਰਫਾਰਮੈਂਸ ਦੇ ਆਧਾਰ ਤੇ ਗੱਲ ਕਰੀਏ ਤਾਂ ਜੇਕਰ ਵਧੀਆ ਪਰਫਾਰਮੈਂਸ ਕਰਵਾਉਣ ਦੇ ਚੱਕਰ 'ਚ ਕੁਝ ਨਵੇਂ ਮੰਤਰੀ ਬਣਾਏ ਜਾਂਦੇ ਆ, ਹੁਣ ਤੇ ਸਮਾਂ ਹੀ ਕੋਈ ਨਹੀਂ ਰਹਿ ਗਿਆ। 5-4 ਮਹੀਨਿਆਂ ਤੱਕ ਤਾਂ ਜਿਹੜਾ ਚੋਣ ਜਾਬਤਾ ਲੱਗ ਜਾਣਾ। ਵੈਸੇ ਵੀ ਉਹਨਾਂ ਤੋਂ ਕੰਮ ਨਹੀਂ ਕਰ ਹੋਣਾ, ਆਪਣੇ ਦਫ਼ਤਰ 'ਚ ਬੈਠ ਕੇ ਆਪਣੇ ਹਲਕਿਆਂ 'ਚ ਨਿਕਲਣਗੇ ਸਾਰੇ ਮੰਤਰੀ ਆ ਚਾਹੇ ਵਿਧਾਇਕ ਆ, ਤਾਂ ਫਿਰ ਸਿਰਫ ਉਹਨਾਂ ਨੂੰ ਖੁਸ਼ ਕਰਨ ਦੇ ਲਈ ਆ ਜਾਂ ਫਿਰ ਵਾਕਈ ਪਰਫਾਰਮੈਂਸ ਦੇ ਆਧਾਰ ਤੇ? ਨਹੀਂ, ਪਰਫਾਰਮੈਂਸ ਨਹੀਂ, ਜਿਹੜਾ ਤੁਸੀਂ ਗੱਲ ਕੀਤੀ ਕੇਵਲ ਖੁਸ਼ ਕਰਨ ਵਾਸਤੇ ਔਰ ਚੋਣਾਂ ਦੇ ਵਿੱਚ ਆਪਣੇ ਧੜੇ ਨੂੰ ਮਜ਼ਬੂਤ ਕਰਨ ਵਾਸਤੇ, ਔਰ ਇਹਦੇ ਨਾਲ ਹੀ ਨਾਲ ਇੱਕ ਡਰ ਜਿਹੜਾ ਬਾਕੀ ਵਿਧਾਇਕਾਂ 'ਚ ਇੱਕ ਡਰ ਦੀ ਸਥਿਤੀ ਨੂੰ ਪੈਦਾ ਕਰਨ ਵਾਸਤੇ ਕਿ ਭਈ ਵੇਖ ਲਓ, ਜੇ ਮੈਂ ਇਹ ਕਰ ਸਕਦਾ ਤੁਸੀਂ ਮੇਰੇ ਨਾਲ ਲੱਗ ਜਾਓ, ਨਹੀਂ ਤੇ ਤੁਹਾਡੀ ਟਿਕਟ ਵੀ ਜਿਹੜੀ ਆ ਉਹ ਕੱਟੀ ਜਾ ਸਕਦੀ ਆ। ਇਹ ਕੇਵਲ ਔਰ ਕੇਵਲ ਇੱਕ ਡਰ ਦੀ, ਇੱਕ ਸਹਿਮ ਦੀ ਪੋਜੀਸ਼ਨ, ਜੇ ਅਸੀਂ ਦਬਾਅ ਦੀ ਨੀਤੀ ਕਹਿ ਸਕਦੇ ਹਾਂ, ਤੇ ਆਪਣੇ ਨਾਲ ਦੇ ਬੰਦੇ ਨੂੰ ਖੁਸ਼ ਕਰਨ ਕਰਕੇ ਪਰਫਾਰਮੈਂਸ ਤਾਂ ਸਿੱਧੂ ਸਾਹਿਬ ਤੁਸੀਂ 4 ਮਹੀਨੇ, 4.5 ਸਾਲਾਂ 'ਚ ਪ੍ਰਧਾਨ ਮਤਲਬ ਮੁੱਖ ਮੰਤਰੀ ਦੀ ਨਹੀਂ ਰਹੀ, ਉਹ 4.5 ਸਾਲ ਸਿਸਵਾ ਫਾਰਮ 'ਚੋਂ ਜਾਂ ਮੋਤੀ ਮਹਿਲ 'ਚੋਂ ਬਾਹਰ ਨਹੀਂ ਆਏ, ਤਾਂ ਪਰਫਾਰਮੈਂਸ ਤਾਂ ਉਹਨਾਂ ਦੀ ਉੱਥੇ ਦੇਖੀ ਜਾ ਸਕਦੀ। ਮੰਤਰੀਆਂ ਦੇ ਕਿੱਥੋਂ ਆਉਣੀ ਹੈ? ਹੁਣ ਮੰਤਰੀਆਂ ਨੇ ਜਿਨ੍ਹਾਂ ਨੇ ਆਪੋ ਆਪਣੇ ਪੱਧਰ ਤੇ ਕੀਤੀ ਆ, ਜੇਕਰ ਉਹ ਕੋਈ ਬੰਦਾ ਗੱਲ ਕਰਦਾ, ਉਹ ਕਹਿੰਦੇ ਜੀ ਇਹ ਵਿਕਾਸ ਮਾਡਲ ਦੀ ਗੱਲ ਕਿਉਂ ਕਰਦਾ? ਜੇ ਉਹ ਅਗਲਾ ਬੰਦਾ ਪਰਫਾਰਮੈਂਸ ਵਿਖਾਉਣ ਦਾ ਯਤਨ ਕਰਦਾ ਕੋਈ ਬੰਦਾ, ਉਹਦੇ ਉੱਤੇ ਕੋਈ ਇਲਜ਼ਾਮ ਲੱਗ ਜਾਂਦਾ ਜੀ ਇਹ ਪਹਿਲਾਂ ਇਹ ਟਕਸਾਲੀ ਨਹੀਂ ਹੈਗੇ, ਇਹਨਾਂ ਦਾ ਕਾਂਗਰਸ ਪਾਰਟੀ 'ਚ ਨਵੇਂ ਆਏ ਨੇ, ਜਿਸ ਤਰ੍ਹਾਂ ਨਵਜੋਤ ਸਿੱਧੂ ਦੇ ਸੰਦਰਭ 'ਚ ਅਸੀਂ ਗੱਲ ਕਰੀਏ। ਜੇ ਕੋਈ ਬੰਦਾ ਪਰਫਾਰਮੈਂਸ ਵਿਖਾਉਣ ਦਾ ਯਤਨ ਕਰਦਾ ਤਾਂ ਉਹਨੂੰ ਤੁਸੀਂ ਬਾਹਰ ਦਾ ਰਸਤਾ ਵਿਖਾਉਂਦੇ ਜੀ, ਆਪ ਤੁਸੀਂ ਕੁਝ ਕਰਦੇ ਨਹੀਂ। ਤਾਂ ਸੋ ਕਹਿਣ ਦਾ ਅਰਥ ਕੇਵਲ ਔਰ ਕੇਵਲ ਇਹ ਆਪਣੇ ਧੜੇ ਨੂੰ ਮਜ਼ਬੂਤ ਕਰਨ ਵਾਸਤੇ ਔਰ ਆਪਣੇ ਵਿਰੋਧੀਆਂ ਦੇ ਵਿੱਚ ਇੱਕ ਡਰ ਦੀ ਸਥਿਤੀ ਨੂੰ ਪੈਦਾ ਕਰਨ ਵਾਸਤੇ ਇਹ ਜਿਹੜੇ ਭਰਮ ਭੁਲੇਖੇ ਜਿਹੜੇ ਪਾਏ ਜਾ ਰਹੇ ਆ। ਔਰ ਦੇਖੋ ਕੀ ਲੱਗਦਾ ਅਣਖੀ ਸਾਹਿਬ, ਜੇ ਖੁਸ਼ ਕਰਨ ਵਾਸਤੇ ਕੁਝ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਊਗਾ ਤਾਂ ਫਿਰ ਜਿਨ੍ਹਾਂ ਦੀ ਛੁੱਟੀ ਹੋਊਗੀ, ਜਿਨ੍ਹਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਗ੍ਹਾ ਬਣਾਈ ਜਾ ਰਹੀ ਆ, ਫਿਰ ਉਹਨਾਂ ਦੀ ਤਾਂ ਕਿਤੇ ਨਾ ਕਿਤੇ ਨਾਰਾਜ਼ਗੀ ਮੁੱਲ ਲੈਣ ਵਾਲੀ ਗੱਲ ਹੋਏਗੀ। ਬਿਲਕੁਲ, ਮੈਂ ਇਹੋ ਤੁਹਾਡੇ ਨਾਲ ਗੱਲ ਲੱਗਾ ਸਾਂ ਕਰਨ, ਇੱਧਰ ਹੀ ਲੱਗਾ ਸਾਂ ਕਿ ਪੋਸੀਬਲ ਨਹੀਂ, ਇੰਨਾ ਸੌਖਾ ਨਹੀਂ ਹੈ ਸਿੱਧੂ ਸਾਹਿਬ। ਚਾਹੇ ਇੱਕ ਹੀ ਹਲਕੇ ਦੇ ਵਿੱਚ ਦੇਖੋ, ਮੈਂ ਬਟਾਲਾ ਵਿਧਾਨ ਸਭਾ ਹਲਕੇ ਦੀ ਗੱਲ, ਮਾਝੇ ਦੀ ਗੱਲ ਕਰਦਾ। ਮਾਝੇ ਦੀ ਸਥਿਤੀ ਦੇ ਵਿੱਚ ਇਹ ਆਮ ਤੌਰ ਤੇ ਕਿਆਸ ਰਾਈਆਂ ਕਿ 2 ਮੰਤਰੀਆਂ ਦੀ ਛੁੱਟੀ ਹੋ ਜਾਊਗੀ, ਤੀਜੇ ਦੀ। ਅੱਛਾ, ਹੁਣ ਉਹਨਾਂ ਦੀ ਜਗ੍ਹਾ ਤੇ ਨਵੇਂ ਬੰਦੇ ਭਰਨੇ, ਨਵੇਂ ਬੰਦੇ ਦੱਸੋ ਕਿਹੜੇ ਭਰਨੇ? ਤੇ ਕਾਂਗਰਸ ਦੇ ਵਿੱਚੋਂ ਹੀ ਆ। ਜੇਕਰ ਡਾਕਟਰ ਰਾਜਕੁਮਾਰ ਵੇਰਕਾ ਦਾ ਮਾਝੇ ਚੋਂ ਨਾਮ ਆਉਂਦਾ ਜਾਂ ਫਤਿਹ ਜੰਗ ਸਿੰਘ ਬਾਜਵੇ ਦਾ ਨਾਮ ਆਉਂਦਾ, ਤਾਂ ਫਤਿਹ ਜੰਗ ਸਿੰਘ ਬਾਜਵਾ 4.5 ਮਹੀਨਿਆਂ ਦੇ ਵਿੱਚ ਕੀ ਉਹ ਸਥਿਤੀ ਆਪਣੀ ਮੇਨਟੇਨ ਕਰ ਸਕਦਾ ਜਿਹੜੀ ਸਥਿਤੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੀ ਰਹੀ ਹੈ 4.5 ਸਾਲ?
ਜਾਂ ਸੁੱਖ ਸਰਕਾਰੀ ਨੇ ਜੋ ਆਪਣੇ ਖੇਤਰ 'ਚ ਕੰਮ ਕੀਤਾ ਕਿ ਉਹਨਾਂ ਦੀ ਨਵੇਂ ਬੰਦੇ ਡਾਕਟਰ ਰਾਜਕੁਮਾਰ ਵੇਰਕਾ ਦੀ ਬਣ ਸਕਦੀ ਹੈ? ਨਹੀਂ ਹੋ ਸਕਦਾ। ਤੇ ਜੇਕਰ ਕਰੂਗਾ ਤਾਂ ਫਿਰ ਆਪਣੇ ਪੈਰਾਂ ਤੇ ਆਪ ਕੁਹਾੜੀ ਜਿਹੜੀ ਮਾਰਨ ਦਾ ਯਤਨ ਆ, ਜਿਸ ਤਰੀਕੇ ਨਾਲ ਜੋਤੀਆ ਦੇ ਸਿੰਧਿਆ ਕੱਲ ਮਤਲਬ ਭਾਜਪਾ 'ਚ ਕਹਿੰਦੇ ਅਗਲੇ ਨੇ ਮੰਤਰੀ ਕੇਂਦਰੀ ਮੰਤਰੀ ਉਹਨਾਂ ਨੂੰ ਬਣਾ ਦਿੱਤਾ, ਤਾਂ ਫਿਰ ਠੀਕ ਆ। ਜੇਕਰ ਇਹ ਇੱਧਰ ਜਾਣਗੇ ਤਾਂ ਇਹ ਵੀ ਬੰਦੇ ਫਿਰ ਦੂਜੇ ਪਾਸੇ ਜਾਣ ਨੂੰ ਤਿਆਰ ਨੇ। ਆਪੋ ਆਪਣੇ ਹਲਕੇ 'ਚ ਇਹਨਾਂ ਦਾ ਇੱਕ ਆਪਣਾ ਅਸਤਿਤਵ ਤਾਂ ਹੈ, ਆਪੋ ਆਪਣੇ ਹਲਕੇ 'ਚ ਇਹਨਾਂ ਦੀ ਹੋਂਦ ਆ, ਇੱਕ ਜ਼ਬਰਦਸਤ ਹੋਂਦ ਆ ਕਿ ਜਿਸ ਹੋਂਦ ਨੂੰ ਲੈ ਕੇ ਅੱਗੇ ਚੱਲਦੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਵਾਸਤੇ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਠੀਕ ਹੈ, ਇਹਦਾ ਸੌਖਾ ਨਹੀਂ ਆ। ਇਹ ਬੰਦੇ ਦੂਜੇ ਪਾਸੇ ਇਹ ਵਿਰੋਧ ਕਰਨ ਦੀ ਤਾਂ ਸਮਰੱਥਾ ਹੈ ਹੀ ਆ। ਇਹ ਫਿਰ ਇਹ ਗੱਲ ਕਹਿਣਗੇ, ਹਾਈਕਮਾਨ ਨੂੰ ਕਹਿਣਗੇ ਕਿ ਅਸੀਂ ਤੁਹਾਡੇ ਅੱਗੇ ਆ ਮੰਤਰੀ ਦਾ ਸੌਰੀ ਆਪਣੇ ਮੁੱਖ ਮੰਤਰੀ ਦਾ ਕੱਚਾ ਚਿੱਠਾ ਬੋਲੇ ਤਾਂ ਸਾਨੂੰ ਉਹਦੀ ਸਜ਼ਾ ਮਿਲੀ ਹੈ, ਸਾਡੀ ਪਰਫਾਰਮੈਂਸ ਦੱਸੋ ਕਿੱਥੋਂ ਘੱਟ ਆ। ਸੋ ਇਹੋ ਜਿਹੇ ਬੜੇ ਪ੍ਰਸ਼ਨ ਹੋਣਗੇ ਜਿਨ੍ਹਾਂ ਦਾ ਨਵੇਂ ਮੰਤਰੀ ਬਣਾਉਣੇ ਜਾਂ ਕੈਬਨਿਟ ਦੇ ਵਿਸਤਾਰ ਕਰਨਾ ਵੀ, ਕੈਬਨਿਟ ਦੇ ਵਿੱਚ ਵਿਸਤਾਰ ਕਰਨਾ ਵੀ ਜਿਹੜਾ ਹੈਗਾ ਉਹ ਕੰਡਿਆਂ ਦੇ ਰਾਹ ਦੇ ਬਰੋਬਰ ਹੈ। ਸਿੱਧੂ ਆਪਣੇ ਸਿੱਧੂ ਸਾਹਿਬ ਤੁਸੀਂ ਇਹ ਦੇਖੋ ਕਿ ਇਹ ਇੱਕ ਮੁੱਦਾ ਹੋ ਰਿਹਾ, ਨਵਜੋਤ ਸਿੱਧੂ ਔਰ ਕੈਪਟਨ ਦੀ ਲੜਾਈ ਨੂੰ ਚੱਲਦਿਆਂ 2 ਮਹੀਨੇ ਹੋ ਚੱਲੇ, 2 ਨਹੀਂ ਹੁਣ 3 ਮਹੀਨੇ 7 ਲੜਾਈ ਤਾਂ ਲੰਬੇ ਸਮੇਂ ਤੋਂ ਚੱਲ ਰਹੀ ਆ, ਪਰ ਖੁੱਲ੍ਹੇਆਮ ਜਿਹੜੇ ਆਪਾਂ ਕਹਿੰਦੇ ਆ ਵੀ ਇੱਕ ਦੂਜੇ ਨੂੰ ਫੈਰ ਖੋਲ ਦਿੱਤੇ। ਪਹਿਲਾਂ ਸ਼ਬਦੀ ਜੰਗ ਦਾ ਚੱਲਦੇ ਰਹੇ ਪਰ ਫੈਰ ਹੁਣ ਖੁੱਲੇ ਇੱਕ ਦੂਜੇ ਵੱਲ। ਜਿਹੜੀ ਖੁੱਲ੍ਹੇਆਮ ਜਿਹੜੀ ਬਗਾਵਤ ਕਹਿ ਲਓ ਜਾਂ ਖੁੱਲ੍ਹੇਆਮ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਦਾ ਸਿਲਸਿਲਾ 7 ਅਪ੍ਰੈਲ ਨੂੰ ਸ਼ੁਰੂ ਹੋਇਆ ਔਰ ਅੱਜ 7 ਜੁਲਾਈ ਹੈਗੀ ਆ। 3 ਮਹੀਨਿਆਂ ਦੀ ਲੜਾਈ ਦੇ ਵਿੱਚ ਅਜੇ ਤੱਕ ਹਾਈ ਕਮਾਨ ਮਹੱਤਵਪੂਰਨ ਰੋਲ ਅਦਾ ਕਰਕੇ ਕੋਈ ਫੈਸਲੇ ਤੇ ਨਹੀਂ ਪਹੁੰਚ ਸਕੀ। ਜੋ ਸੱਚ ਹੈ ਕਿਸੇ ਨੂੰ ਕੋਈ ਕਲੀਅਰ ਕੱਟ ਕੇ ਇਹਨੂੰ ਕੁਝ ਨਹੀਂ ਦੇ ਸਕੀ, ਮਸਲਾ ਫੋਲਡਮ ਤੇ ਹੈ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਇਹਨਾਂ 4 ਮਹੀਨਿਆਂ ਦੇ ਵਿੱਚ ਆ ਜਿਹੜਾ ਵਕਫਾ ਰਹਿ ਗਿਆ, ਮੰਤਰੀਆਂ ਨੂੰ ਰੀਸ਼ਫਲਿੰਗ ਕਰਕੇ ਨਵੇਂ ਮੰਤਰੀਆਂ ਨੂੰ ਬਹਾਲ ਕੇ ਕੀ ਉਹ ਕਰ ਸਕਣਗੇ? ਕੁਝ ਵੀ ਕਰ ਸਕਣਗੇ? ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦਾ ਮੁੱਦਾ ਜਿਹੜਾ ਨਵੇਂ ਬੰਦਿਆਂ ਨੂੰ ਨਾਲ ਆਉਣਾ। ਸ਼ਾਇਦ ਅਖਬਾਰਾਂ ਨੇ ਜਾਂ ਟੀਵੀ ਚੈਨਲਾਂ ਨੇ ਤਾਂ ਇਹ ਗੱਲਾਂ ਕਰਨੀਆਂ ਨੇ ਕਿ ਹਾਂ ਬਈ ਅਗਲੇ ਹਫ਼ਤੇ ਤੱਕ ਹੋ ਜਾਏਗਾ, ਕਿਉਂਕਿ ਸਿੱਧੂ ਸਾਹਿਬ ਆਪਾਂ ਵੀ ਮੀਡੀਆ ਲਾਈਨ ਨਾਲ ਸੰਬੰਧਤ ਆ। ਜਿਸ ਤਰੀਕੇ ਨਾਲ ਸਾਡਾ ਕੰਮ ਹੈ ਖਬਰਾਂ ਵੇਚਣਾ, ਕਿਉਂਕਿ ਇਹ ਖਬਰ ਵੇਚਾਂਗੇ ਤਾਂ ਲੋਕ ਸਾਨੂੰ ਦੇਖਣਗੇ। ਪਰ ਗੱਲ ਹੈਗੀ ਕਿ ਸਟੀਕ ਜਾਣਕਾਰੀ ਜਿਹੜੀ ਆ ਉਹ ਆਪਣੇ ਦਰਸ਼ਕਾਂ ਨੂੰ ਦਈਏ, ਦਰਸ਼ਕਾਂ ਨੂੰ ਗੁੰਮਰਾਹ ਨਾ ਕਰੀਏ। ਤਾਂ ਗੁੰਮਰਾਹਕੁਨ ਪ੍ਰਚਾਰ ਇਹ ਜੀ ਹੋ ਰਿਹਾ, ਪਰ ਹੋਵੇਗਾ ਕਿਸ ਤਰ੍ਹਾਂ? ਇਹੋ ਜਿਹੀ ਸਥਿਤੀਆਂ ਜਿਹੜੀਆਂ ਨੇ ਬੜੀ ਨਾਜ਼ੁਕ ਮੋੜ ਤੇ ਨੇ। ਇਹ ਗੱਲ ਕਨਫਰਮ ਹੈ ਕਿ ਰੀਸ਼ਫਲਿੰਗ ਹੋ ਗਈ, ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ, 1-2 ਕੀਤੇ ਜਾ ਸਕਦੇ ਆ। ਪਰ ਇਹਨਾਂ ਮੰਤਰੀਆਂ ਦੇ ਦੂਜੇ ਜੇਕਰ ਇਹ ਕਹੇ ਕਿ ਇਹਨਾਂ ਨੂੰ ਬਿਲਕੁਲ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਊਗਾ, ਨਹੀਂ ਹੋਵੇਗਾ। ਇਹਨਾਂ ਦੇ ਅਹੁਦਿਆਂ ਦੀ ਅਦਲਾ ਬਦਲੀ ਕੀਤੀ ਜਾ ਸਕਦੀ ਹੈ ਕਿ ਚਲੋ ਉਹਨਾਂ ਦਾ ਵੀ ਰਹਿ ਜੇ ਕਿ ਸਾਰਿਆਂ ਦਾ ਜਿਹੜਾ ਮਾਣ ਹੈ, ਸਵੈਮਾਨ ਉਹ ਬਰਕਰਾਰ ਰਹੇ, ਕਿਸੇ ਨੂੰ ਸੱਟਬੈਕ ਨਾ ਪਹੁੰਚੇ। ਹਾਂ, ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਨਹੀਂ ਕਰਦੇ ਤਾਂ ਫਿਰ ਇਹਦੇ ਸਿੱਟੇ ਜਿਹੜੇ ਨੇ ਉਹ ਭੁਗਤਣ ਨੂੰ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਜੀ ਅਣਖੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਰਾਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਵੱਡੇ ਮੁੱਦੇ ਦੇ ਉੱਪਰ ਸਾਡੇ ਨਾਲ ਇਸ ਪ੍ਰਾਈਮ ਮੁੱਦਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ, ਵਿਸਤਾਰਪੂਰਵਕ ਚਰਚਾ ਕੀਤੀ ਗਈ, ਆਪਣੇ ਜਿਹੜੇ ਕੀਮਤੀ ਵਿਚਾਰ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਗਏ ਆ। ਉਮੀਦ ਕਰਦੇ ਆ ਕਿ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਜਿਹੜੇ ਕੀਮਤੀ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।